29 ਸਾਲ ਪੁਰਾਣੇ ਕੇਸ ਤੋਂ ਬਾਅਦ ਆਖਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਕਾਨੂੰਨ ਦੇ ਢਿੱਕੇ ਆ ਹੀ ਗਏ ਨੇ। ਮੋਹਾਲੀ ਦੀ ਅਦਾਲਤ ਨੇ ਉਹਨਾਂ ਖਿਲਾਫ 302 ਤਹਿਤ ਕੇਸ ਦਰਜ ਕਰਨ ਦਾ ਫੈਸਲਾ ਸੁਣਾ ਦਿੱਤਾ। ਇਸ ਬਲਦੇਵ ਸਿੰਘ ਮਲਤਾਨੀ ਦੀ ਜਿਹੜੇ 29 ਸਾਲ ਪਹਿਲਾਂ ਪੁਲਿਸ ਟੌਰਚਰ ਦੇ ਨਾਲ ਜਾਂ ਕਹਿ ਸਕਦੇ ਕਿ ਜਿਹੜੇ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਉਹਦੇ 'ਚ ਉਹਨਾਂ ਦਾ ਕਤਲ ਕੀਤਾ ਗਿਆ ਸੀ ਤੇ 29 ਸਾਲ ਬਾਅਦ ਉਹ ਦੁਬਾਰਾ ਕੇਸ ਉੱਠਿਆ। ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਇਸ ਕੇਸ ਦੀ ਪੈਰਵਾਈ ਕਰ ਰਹੇ ਪ੍ਰਦੀਪ ਵਿਰਕ ਉਹਨਾਂ ਨਾਲ। ਵਿਰਕ ਜੀ, 302 ਲੱਗ ਗਈ ਆ, ਕਿਵੇਂ ਦੇਖਦੇ ਹੁਣ ਤੱਕ ਆਪਣੀ ਕਾਰਵਾਈ ਨੂੰ ਜੀ? ਵੇਖੋ, ਇਹਦੇ 'ਚ ਇੱਕ ਗੱਲ ਮੈਂ ਹਮੇਸ਼ਾ ਥੋੜ੍ਹੀ ਜਿਹੀ ਆਪਣੇ ਪ੍ਰੋਫੈਸ਼ਨ ਨੂੰ ਐਕਸੀਡ ਕਰਦੇ ਹੋਏ ਕਹਿਣਾ, ਮਿਹਨਤ ਅਸੀਂ ਹਰ ਕੇਸ 'ਚ ਕਰਦੇ ਹਾਂ। ਐਜ਼ ਅ ਲਾਇਰ ਮੈਂ ਆਪਣਾ ਫਰਜ਼ ਨਿਭਾਉਣਾ, ਪੂਰੀ ਮਿਹਨਤ ਕਰਦਾ। ਪਰ ਇਸ ਕੇਸ ਦੇ ਵਿੱਚ ਜਿਹੜਾ 29 ਸਾਲ ਪੁਰਾਣਾ ਕੇਸ ਹੈ, ਇੱਕ ਬੰਦੇ ਨੂੰ ਕਸਟਡੀ 'ਚ ਮਾਰਤਾ ਔਰ ਅਸੀਂ ਇਸ ਕੇਸ ਨੂੰ ਬਹੁਤ ਸਾਲਾਂ ਤੋਂ ਲੜ ਰਹੇ ਹਾਂ। ਇਹਦੇ ਵਿੱਚ ਇੱਕ ਮੇਜਰ ਰੋਲ ਉਹਨਾਂ ਦੁਆਵਾਂ ਦਾ ਹੈਗਾ ਜਿਹੜੇ ਤੁਹਾਡੇ ਦਰਸ਼ਕਾਂ ਦੀਆਂ ਕੀਤੀਆਂ ਬਿਹਾਈਂਡ ਦ ਸੀਨ, ਕਿਉਂਕਿ ਮੈਂ ਰੱਬ ਵਿੱਚ ਬਹੁਤ ਵਿਸ਼ਵਾਸ ਰੱਖਦਾ। ਉਹ ਦੁਆਵਾਂ ਕਰਕੇ ਅੱਜ ਸਾਨੂੰ ਇੰਨੀ ਵੱਡੀ ਜਿੱਤ ਹਾਸਿਲ ਹੋਈ ਹੈ ਕਿ ਫਾਈਨਲੀ ਸੁਮੇਧ ਸਿੰਘ ਸੈਣੀ ਦੇ ਖਿਲਾਫ 302 ਧਾਰਾ ਐਡ ਹੋਈ ਹੈ, ਜਿਹੜੀ ਅਸੀਂ ਕਈ ਮਹੀਨਿਆਂ ਤੋਂ ਵੀ ਕਹਿ ਰਹੇ ਸੀ ਕਿ ਜਦੋਂ ਦਾ ਪਰਚਾ ਦਰਜ ਹੋਇਆ ਇਹ 302 ਐਡ ਹੋਣੀ ਚਾਹੀਦੀ ਸੀ। ਦੱਸੋ ਵੀ ਅਗਰ ਤੁਸੀਂ ਲੜੋ 751 ਨਾਲ ਹੀ ਪੁਲਿਸ ਫੜ ਲੈਂਦੇ ਹੈਗੇ, ਹੁਣ ਤੁਹਾਨੂੰ ਲੱਗਦਾ 302 ਦਰਜ ਹੋ ਗਈ, ਸੁਮੇਧ ਸੈਣੀ ਨੂੰ ਅਰੈਸਟ ਕਰ ਲੈਣਾ ਚਾਹੀਦਾ ਹੈਗਾ ਕਿ ਹੱਲੇ ਵੀ ਸੁਮੇਧ ਸਿੰਘ ਸੈਣੀ ਦੇ ਮਸਲੇ ਦੇ ਵਿੱਚ ਕਾਨੂੰਨ ਦੀਆਂ ਨਜ਼ਰਾਂ ਵੱਖਰੀਆਂ ਨੇ? ਵੇਖੋ, ਸੁਮੇਧ ਸਿੰਘ ਸੈਣੀ ਦਾ ਜਿੱਥੇ ਤੱਕ ਸਵਾਲ ਹੈ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਔਰ ਪਬਲਿਕ ਵੀ ਜਾਣਦੀ ਹੈ ਕਿ ਉਹ ਕਿਹੋ ਜਿਹਾ ਅਫਸਰ ਹੈ ਜਿਹਨੇ ਵਰਦੀ ਪਾਉਣ ਵਾਲੇ ਨੂੰ ਸ਼ਰਮਸਾਰ ਹੀ ਕੀਤਾ ਹੈ। ਲੋਕਾਂ ਦੀ ਜਾਨ ਬਚਾਉਣ ਦੀ ਜਗ੍ਹਾ ਇਨੋਸੈਂਟ ਲੋਕਾਂ ਦੀ ਜਾਨ ਲੈਣੀ, ਉਹਨੇ ਇਹ ਟ੍ਰੈਂਡ ਸ਼ੁਰੂ ਕੀਤਾ ਹੈ। ਉਹਨੇ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਕਿ ਇਹੋ ਜਿਹੀ ਪੁਲਿਸ ਟੀਮ ਉਹਨੇ ਤਿਆਰ ਕੀਤੀ ਜਿਨ੍ਹਾਂ ਨੇ ਕੰਮ ਹੀ ਆ ਕੀਤੇ। ਸੋ ਇਸ ਕਰਕੇ ਕਾਨੂੰਨ ਨੇ ਤਾਂ ਕਿਤੇ ਨਾ ਕਿਤੇ ਬੰਦੇ ਨੂੰ ਆਪਣੀ ਗਿਰਫਤ 'ਚ ਲੈ ਹੀ ਲੈਣਾ, ਜਿਹਨੇ ਕਿਤੇ ਵੀ ਤਸ਼ੱਦਦ ਢਾਈ ਹੈ। ਤੁਹਾਨੂੰ ਲੱਗਦਾ 302 ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਸੰਭਵ ਹੈ? ਦੇਖੋ, 3 ਦਿਨ ਦਾ ਐਡਵਾਂਸ ਨੋਟਿਸ ਹੋਣ ਦੇ ਉਹਦੇ ਆਰਡਰਸ ਹੋਏ ਕਿ 3 ਦਿਨ ਐਡਵਾਂਸ ਨੋਟਿਸ ਦਿਓ। ਹੁਣ ਮੈਨੂੰ ਇਹ ਨਹੀਂ ਪਤਾ ਕਿ SIT ਨੇ ਉਹ 3 ਦਿਨ ਦਾ ਨੋਟਿਸ ਇਹਨੂੰ ਦੇਤਾ ਹੈ ਕਿ ਨਹੀਂ। ਜੇ ਦੇ ਦਿੱਤਾ ਹੈ ਸੋ ਉਸ ਤੋਂ ਬਾਅਦ ਇਹਨੂੰ ਅਰੈਸਟ ਕਰ ਸਕਦੇ ਆ। ਬਾਕੀ ਜਿਹੜੀ ਡਿਸਕ੍ਰਿਸ਼ਨ ਹੁੰਦੀ ਹੈ ਅਰੈਸਟ ਕਰਨ ਦੀ, ਉਹ ਪੁਲਿਸ ਦੀ ਹੁੰਦੀ ਹੈ। ਮੈਂ ਐਜ਼ ਅ ਲਾਇਰ ਫੀਲ ਕਰਦਾ ਕਿ ਇਸ ਕੇਸ ਦੇ ਵਿੱਚ ਬਹੁਤ ਲੂਜ਼ ਐਂਡਸ ਹੈਗੇ ਹੈ ਜਿਹੜੇ ਕਸਟਡੀ ਦੇ ਵਿੱਚ ਸੁਮੇਧ ਸੈਣੀ ਨੂੰ ਲੈ ਕੇ ਪਤਾ ਲੱਗ ਸਕਦੇ। ਫੋਰ ਐਗਜ਼ਾਮਪਲ, ਜਗੀਰ ਸਿੰਘ ਨੇ ਦੱਸਿਆ ਵਾਦਾ ਮਾਫ ਗਵਾਹ ਬਣਨ ਤੋਂ ਬਾਅਦ ਕਿ ਮੁਲਤਾਨੀ ਦੇ ਡੰਡਾ ਦਿੱਤਾ ਔਰ ਡੰਡੇ 'ਤੇ ਠੁੱਡ ਮਾਰੀ। ਹੁਣ ਦੇਖੋ, ਇੱਕ ਬਹੁਤ ਹੀ ਇਨਹਿਊਮਨ ਤਰੀਕਾ ਹੈ, ਬਟ ਉਹ ਬੋਡੀ ਕਿੱਥੇ ਡਿਸਪੋਜ਼ ਆਫ ਕੀਤੀ ਉਹ ਤਾਂ ਸੁਮੇਧ ਸੈਣੀ ਨੂੰ ਪਤਾ ਹੈ ਨਾ। ਉਹਨੇ ਡਿਸਪੋਜ਼ ਆਫ ਕਰਵਾਈ, ਰਿਕਵਰੀਜ਼ ਪਲਾਂਟ ਉਹਨੇ ਕਰਵਾਈਆਂ। ਸੋ ਉਹਨੇ ਕਿਹਨੂੰ ਕੀ ਡਿਊਟੀ ਦਿੱਤੀ, ਕਿਹਦੇ ਤੋਂ ਕੀ ਕਰਵਾਇਆ, ਉਹ ਤਾਂ ਸੁਮੇਧ ਸੈਣੀ ਨੂੰ ਪਤਾ ਹੈ ਨਾ। ਸੋ ਉਹ ਚੀਜ਼ਾਂ ਦਾ ਆਨਸਰ ਜੇ ਤੁਸੀਂ ਦੇਖੋ ਤਾਂ ਕਸਟਡੀ ਸੁਮੇਧ ਸੈਣੀ ਨੂੰ ਸੀ, ਜਦੋਂ ਇਹਨਾਂ ਨੂੰ ਪੁਲਿਸ ਰਿਮਾਂਡ ਮਿਲੂਗਾ ਉਦੋਂ ਹੀ ਇਹ ਚੀਜ਼ ਪਤਾ ਲੱਗੂਗੀ ਨਾ। ਸੋ ਉਹਦੇ ਲਈ ਤਾਂ ਅਰੈਸਟ ਕਰਨਾ ਬਹੁਤ ਜ਼ਰੂਰੀ ਹੈ, ਮਤਲਬ ਜ਼ਰੂਰੀ ਨਹੀਂ, ਬਹੁਤ ਜ਼ਰੂਰੀ ਹੈ ਇਸ ਕੇਸ ਨੂੰ ਸਿਰੇ ਚੜਾਉਣ ਲਈ। ਸੁਮੇਧ ਸੈਣੀ ਜਿਸ ਨੇ ਖੁਦ ਪੰਜਾਬ ਦੀ 80,000 ਦੀ ਨਫਰੀ ਵਾਲੀ ਪੁਲਿਸ 'ਤੇ ਰਾਜ ਚਲਾਇਆ ਹੋਵੇ, ਰਾਜ ਕੀਤਾ ਹੋਵੇ, ਉਹਨੂੰ ਅੱਜ ਪੰਜਾਬ ਪੁਲਿਸ 'ਤੇ ਯਕੀਨ ਨਹੀਂ, ਉਹ CBI 'ਤੇ ਯਕੀਨ ਕਰ ਰਹੇ ਨੇ। ਜੇ ਸੁਮੇਧ ਸੈਣੀ ਨੂੰ CBI 'ਤੇ ਯਕੀਨ ਹੈ, ਫਿਰ ਸੁਮੇਧ ਸੈਣੀ ਨੂੰ ਕਹੋ ਸਭ ਤੋਂ ਪਹਿਲਾਂ ਜਿਹੜਾ CBI ਉਹਨੂੰ ਪ੍ਰੋਸੀਕਿਊਟ ਕਰ ਰਹੀ ਹੈ ਇਨੋਸੈਂਟ ਲੋਕਾਂ ਨੂੰ ਲੁਧਿਆਣਾ ਮਾਰਨ ਦੇ ਕੇਸ ਦੇ ਵਿੱਚ, ਉੱਥੇ ਆ ਗੱਲ ਕੋਰਟ ਦੇ ਵਿੱਚ ਕਵੇ। ਉੱਥੇ ਸੁਮੇਧ ਸਿੰਘ ਸੈਣੀ ਕਹਿੰਦਾ ਕਿ CBI ਨੇ ਮੈਨੂੰ ਗਲਤ ਇੰਪਲੀਕੇਟ ਕੀਤਾ, ਮੈਂ ਤਾਂ ਇਨੋਸੈਂਟ ਹਾਂ। ਸੁਮੇਧ ਸੈਣੀ ਉੱਥੇ CBI ਇਨਵੈਸਟੀਗੇਸ਼ਨ ਨੂੰ ਕੁਐਸਚਨ ਕਰ ਰਿਹਾ। ਪਰ ਇਸੇ ਕਰਕੇ ਕਹਿੰਦੇ ਨੇ ਕਿ ਕਾਨੂੰਨ ਦੀਆਂ ਬਾਹਾਂ ਲੰਮੀਆਂ ਹੁੰਦੀਆਂ, ਲੇਕਿਨ ਸੁਮੇਧ ਸੈਣੀ ਦੇ ਉਸ ਕਾਨੂੰਨ ਤੋਂ ਵੀ ਬਾਹਾਂ ਲੰਮੀਆਂ ਨੇ। ਚਿੰਤਾ ਨਾ ਕਰੋ, ਰੱਬ ਦੀਆਂ ਜਿਹੜੀਆਂ ਹੁੰਦੀਆਂ ਤਾਂ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਸੁਮੇਧ ਸੈਣੀ ਨੇ ਜੋ ਮਰਜ਼ੀ ਕੀਤਾ, ਰੱਬ ਨੇ ਇਸ ਕੇਸ ਦੇ ਵਿੱਚ ਇਹਨੂੰ ਬੰਦ ਨਹੀਂ ਹੋਣ ਦਿੱਤਾ। ਇਸ ਟੱਬਰ ਨੇ ਆਪਣੀ ਹਿੰਮਤ ਨਹੀਂ ਲੂਜ਼ ਕੀਤੀ। ਅੱਜ ਟੱਬਰ ਦੁਬਾਰਾ ਅੱਗੇ ਆਇਆ, ਅਸੀਂ ਲੜੇ ਹਾਂ, ਅਸੀਂ ਲੜਾਂਗੇ ਔਰ ਇਨਸਾਫ ਦਵਾ ਕੇ ਹਟਾਂਗੇ। ਸੁਮੇਧ ਸੈਣੀ ਨੂੰ ਉਹਦੇ ਪਾਪਾਂ ਦੀ, ਉਹਦੀ ਕੀਤੀ ਤਸ਼ੱਦਦ ਦੀ ਸਜ਼ਾ ਜ਼ਰੂਰ ਦਵਾਵਾਂਗੇ। ਸੈਣੀ ਮੋਟਰ ਵਾਲਾ ਕੇਸ ਜਿਹੜਾ ਤੁਸੀਂ ਹਵਾਲਾ ਦਿੱਤਾ ਹੈਗਾ, ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਲੱਗਦਾ ਕਿ ਸੈਣੀ ਨੂੰ ਕੋਈ ਨਾ ਕੋਈ ਬਚਾਉਣ ਵਾਲੇ ਸੀ, ਜਾਂ ਪੰਜਾਬ 'ਚ ਜਾਂ ਸੈਂਟਰ ਦੇ ਵਿੱਚ? ਉਹ ਬਹੁਤ ਸੀ, ਸੁਮੇਧ ਸੈਣੀ ਨੂੰ ਬਚਾਉਣ ਵਾਲੇ ਬਹੁਤ ਸੀ, ਪਰ ਉਸ ਚੀਜ਼ ਤੋਂ ਬਾਅਦ ਵੀ ਜਿਹੜਾ ਸੁਮੇਧ ਸੈਣੀ ਦਾ ਇੱਕ ਝੂਠਾ ਔਰਾ, ਵੇਖੋ ਸੁਮੇਧ ਸੈਣੀ ਜੇ ਇੰਨਾ ਹੀ ਦਲੇਰ ਅਫਸਰ ਹੁੰਦਾ ਤੇ ਉਹ ਦਲੇਰੀ, ਜਿਵੇਂ ਕਬੀਰ ਜੀ ਨੇ ਕਿਹਾ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੂ ਨ ਛਾੜੇ ਖੇਤ। ਉਹ ਇੱਕ ਇਨੋਸੈਂਟ ਬੰਦੇ ਲਈ ਜਾਣ ਦਿੰਦਾ ਹੈ। ਇਹ ਧਰਮ ਹੈ ਵਰਦੀ ਦਾ। ਸੁਮੇਧ ਸੈਣੀ ਨੇ ਇਹਦੇ ਉਲਟ ਇਨੋਸੈਂਟ ਔਰ ਹੈਲਪਲੈਸ ਲੋਕਾਂ ਨੂੰ ਮਾਰਿਆ ਹੈ, ਟੌਰਚਰ ਕੀਤਾ ਹੈ। ਇਹ ਇੱਕ ਦਲੇਰ ਨਹੀਂ, ਇੱਕ ਕਮਜ਼ੋਰ ਇਨਸਾਨ ਦੀ ਨਿਸ਼ਾਨੀ ਹੈ। ਦੂਜੀ ਗੱਲ, ਵਰਦੀ ਦੀ ਦੁਰਵਰਤੋਂ ਕਰਨਾ ਸਭ ਤੋਂ ਵੱਡੀ ਕਮਜ਼ੋਰੀ ਹੈ। ਤੀਜੀ ਗੱਲ, ਜੋ ਸੁਮੇਧ ਸੈਣੀ ਨੇ ਇਨੋਸੈਂਟ ਲੋਕਾਂ ਨੂੰ ਮਾਰਿਆ, ਝੂਠੇ ਪਰਚੇ ਦਿੱਤੇ,
ਔਰ ਦੂਜੇ ਲੋਕਾਂ ਨੇ ਇਹਦੀ ਹੈਲਪ ਕੀਤੀ ਕਿਸੇ ਵੀ ਸਟੇਜ ਤੇ। ਸੁਮੇਧ ਸੈਣੀ ਦਾ ਨਾ ਤਾਂ ਦਿੱਲੀ ਵਾਲਾ ਕੇਸ ਬੰਦ ਹੋਇਆ, ਉਹ ਵੀ ਚੱਲੀ ਜਾਂਦਾ, ਆ ਦੂਜਾ ਕੇਸ ਵੀ ਖੁੱਲ੍ਹ ਗਿਆ। ਸੋ ਕਿਤੇ ਨਾ ਕਿਤੇ ਤਾਂ ਸੁਮੇਧ ਸੈਣੀ ਨੂੰ ਰੱਬ ਵੀ ਸਜ਼ਾ ਦਿਵਾਉਣੀ ਚਾਹੁੰਦਾ, ਤਾਂ ਹੀ ਆ ਕੇਸਿਸ ਚੱਲ ਰਹੇ ਹੈ। ਔਰ ਜਿੰਨਾ ਮਰਜ਼ੀ ਇਹ ਜ਼ੋਰ ਲਾ ਲਵੇ, ਜਿੰਨੇ ਮਰਜ਼ੀ ਲੋਕ ਇਹਨੂੰ ਬਚਾਉਣ ਲਈ ਬੈਠੇ ਹੋਣ, ਸੁਮੇਧ ਸੈਣੀ ਨਹੀਂ ਬਚਦਾ। ਇਸ ਚੀਜ਼ ਦੀ ਮੈਂ ਤੁਹਾਨੂੰ ਗਰੰਟੀ ਦਿੰਦਾ। ਇਹ ਮੇਰਾ ਰੱਬ ਦੇ ਵਿੱਚ ਵਿਸ਼ਵਾਸ ਹੈ, ਮੇਰੀ ਮਿਹਨਤ ਦੇ ਵਿੱਚ ਵਿਸ਼ਵਾਸ ਹੈ, ਤੁਹਾਡੇ ਦਰਸ਼ਕਾਂ ਦੀਆਂ ਦੁਆਵਾਂ ਦੇ ਵਿੱਚ ਵਿਸ਼ਵਾਸ। 302 ਦਰਜ ਹੋ ਗਈ, ਦੁਬਾਰਾ ਸੈਸ਼ਨ ਕੋਰਟ ਕੋਲ ਜਾਣਗੇ ਜ਼ਮਾਨਤ ਲੈਣ ਵਾਸਤੇ ਜੀ? ਨਾ ਬਿਲਕੁਲ ਜਾਊਗਾ, ਸੁਮੇਧ ਸੈਣੀ ਜਾਊਗਾ, ਔਰ ਅਸੀਂ ਅਪੋਜ਼ ਵੀ ਕਰਾਂਗੇ ਐਂਟੀਸਪੇਟਰੀ ਬੇਲ ਨੂੰ, ਬਿਲਕੁਲ ਅਪੋਜ਼ ਕਰਾਂਗੇ ਕਿ ਜੀ ਇਹਨੂੰ ਨਹੀਂ ਮਿਲਣੀ ਚਾਹੀਦੀ, ਇਹਦੀ ਕਸਟੋਡੀਅਲ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ। SIT ਕੀ ਜਵਾਬ ਦਿੰਦੀ ਹੈ ਮੈਨੂੰ ਨਹੀਂ ਪਤਾ, ਪਰ ਆਬਵੀਅਸਲੀ ਜੋ ਲਾ ਰਹੇ ਆ ਉਹਨਾਂ ਨੂੰ ਵੀ ਐਂਟੀਸਪੇਟਰੀ ਬੇਲ ਅਪੋਜ਼ ਹੀ ਕਰਨੀ ਪੈਣੀ ਹੈ। ਪਰ ਮੈਂ ਤਾਂ ਡੈਫੀਨੇਟਲੀ ਅਪੋਜ਼ ਕਰਾਂਗਾ ਉਸ ਚੀਜ਼ ਕਿ ਇਹਨੂੰ ਨਹੀਂ ਮਿਲਣੀ ਚਾਹੀਦੀ ਐਂਟੀਸਪੇਟਰੀ ਬੇਲ। ਜੇ ਇਹਨੂੰ ਅਗਰਿਮ ਜ਼ਮਾਨਤ ਮਿਲ ਗਈ, ਇਹਦੀ ਕਸਟੋਡੀਅਲ ਇੰਟਰੋਗੇਸ਼ਨ ਨਹੀਂ ਹੋਈ, ਤਾਂ ਕੇਸ ਕਿਵੇਂ ਪ੍ਰੂਵ ਹੁੰਦਾ ਹੈ? 302 ਲੱਗਣ ਤੋਂ ਬਾਅਦ ਜਿਹੜਾ ਪੀੜਤ ਪਰਿਵਾਰ ਉਹਨੂੰ ਵੀ ਆਸ ਬੱਝੀ ਹੈਗੀ ਕਿ ਹਾਂ ਵਾਕਈ ਇਨਸਾਫ ਮਿਲ ਸਕਦਾ, ਕਿਉਂਕਿ ਉਹ ਪਹਿਲਾਂ ਪਰਿਵਾਰ ਤੋਂ ਵੀ ਡਰ ਚੁੱਕਾ ਸੀ ਨਾ, ਕਿਉਂਕਿ 29 ਸਾਲ ਕਹਿੰਦੇ ਕਈ ਤਾਂ ਉਹੀ ਮਰ ਜਾਂਦੇ, ਕੋਈ ਖੱਪ ਜਾਂਦੇ ਅਗਲੇ। ਉਹਨਾਂ ਨੂੰ ਉਮੀਦ ਹੈ, ਕਿਉਂਕਿ ਤੁਹਾਡੀ ਗੱਲਬਾਤ ਹੋਈ ਹੋਏਗੀ। ਦੇਖੋ ਉਮੀਦ ਉਹ ਸ਼ੁਰੂ ਤੋਂ ਰੱਖ ਰਹੇ ਹੈ, ਔਰ ਮੈਂ ਸੱਚਾਈ ਦੱਸ ਰਿਹਾ, ਮੈਂ ਫਿਰ ਰਿਪੀਟ ਕਰਦਾ, ਰੱਬ ਦੇ ਵਿੱਚ ਵਿਸ਼ਵਾਸ ਕਰਕੇ ਉਹ ਚੱਲਿਆ ਕਿ ਜੀ ਸਾਨੂੰ ਇਨਸਾਫ ਜ਼ਰੂਰ ਮਿਲੂਗਾ, ਔਰ ਉਹ ਵਿਸ਼ਵਾਸ ਕਾਇਮ ਹੈ। ਔਰ ਇਹੋ ਜਿਹੀਆਂ ਜਿਹੜੀਆਂ ਵਿਕਟਰੀਜ਼ ਸਾਨੂੰ ਮਿਲ ਰਹੀਆਂ, ਇਹਨਾਂ ਚੀਜ਼ਾਂ ਤੋਂ ਬਾਅਦ ਵਿਸ਼ਵਾਸ ਡੈਫੀਨੇਟਲੀ ਹੋਰ ਵੱਧ ਜਾਂਦਾ। ਹੁਣ ਗੱਲ ਇਹ ਹੁੰਦੀ ਹੈ ਸਿਰਫ ਕਿ ਸੁਮੇਧ ਸੈਣੀ ਨੂੰ ਤਫਤੀਸ਼ ਦੀਆਂ ਡਿਟੇਲਸ ਮਿਲ ਰਹੀਆਂ, ਉਹ ਕਿਤੇ ਨਾ ਕਿਤੇ ਸ਼ੋਅ ਕਰਦਾ ਕਿ ਸੁਮੇਧ ਸੈਣੀ ਨੂੰ ਅੰਦਰ ਖਾਤੇ ਕੋਈ ਨਾ ਕੋਈ ਇਨਫੋਰਮੇਸ਼ਨ ਦੇ ਰਿਹਾ। ਪਰ ਠੀਕ ਹੈ, ਉਹ ਕਰੀ ਜਾਵੇ। 302 ਅਲਟੀਮੇਟਲੀ ਐਡ ਹੋ ਹੀ ਗਈ ਨਾ ਉਹਦੇ 'ਤੇ, ਜਿੰਨਾ ਮਰਜ਼ੀ ਬਚ ਲਿਆ, 2 ਮਹੀਨੇ ਬਾਅਦ ਐਡ ਹੋ ਗਈ, ਹੋ ਤਾਂ ਗਈ। ਐਟ ਦਿਸ ਪੁਆਇੰਟ ਆਫ ਟਾਈਮ ਮੈਟਰ ਕੀ ਕਰਦਾ ਹੈ ਕਿ ਉਹਦੇ 'ਤੇ ਉਹ ਧਾਰਾ ਲੱਗੀ ਜਾਂ ਨਹੀਂ ਲੱਗੀ। ਜੇ ਨਾ ਲੱਗੀ ਹੁੰਦੀ, ਮੰਨ ਲਓ ਚਲਾਨ ਆਈ ਦੇ ਦਿੰਦੇ, ਪੁਲਿਸ ਆਈ ਦੇ ਦਿੰਦੀ, ਅਸੀਂ ਕੋਰਟ 'ਚ ਐਪਲੀਕੇਸ਼ਨ ਲਾਉਂਦੇ ਉਹਦੇ ਲਈ। ਕਿਤੇ 2 ਜਿਹੜੇ ਸਾਬਕਾ ਥਾਣੇ ਦੇ ਜਿਹੜੇ ਵਾਦਾ ਗਵਾਹ ਬਣ ਚੁੱਕੇ, ਪਹਿਲਾਂ ਇੰਨਾ ਵੀ ਚੱਲਦਾ ਹੈ ਕਿ ਕਿਤੇ ਮੁੱਕਰ ਨਾ ਜਾਣ। ਹੁਣ 164 ਦੇ ਕੱਲ ਦਰਜ ਹੋ ਗਏ ਨੇ, ਹੁਣ ਤਾਂ ਲੱਗਦਾ ਕੇਸ ਪੂਰੀ ਤਰ੍ਹਾਂ ਠੋਸ ਹੋ ਗਿਆ, ਸੋਲਿਡ ਹੋ ਗਿਆ। ਦੇਖੋ ਕੇਸ ਪਹਿਲਾਂ ਵੀ ਐਵੀਡੈਂਸ ਜਿੰਨੀ ਸੀ ਉਹਦੇ ਖਿਲਾਫ ਕਾਫੀ ਸੀ, ਇਹਨਾਂ ਤੋਂ ਬਾਅਦ ਤਾਂ ਵੈਸੇ ਵੀ ਜੇ ਉਹ ਮੁੱਕਰਦੇ ਹੈ ਉਹ ਆਪ ਅਕਿਊਜ਼ਡ ਬਣ ਜਾਂਦੇ ਹੈ, ਕਿਉਂਕਿ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੁੰਦੀ ਹੈ, ਵਾਦਾ ਮਾਫ ਗਵਾਹ ਦੀ ਕੰਡੀਸ਼ਨ ਹੀ ਆ ਹੁੰਦੀ ਹੈ ਕਿ ਜੇ ਤੁਸੀਂ ਕਿਤੇ ਵੀ ਆਪਣੀ ਦਿੱਤੀ ਸਟੇਟਮੈਂਟ ਤੋਂ ਬੈਕਆਊਟ ਕਰਦੇ ਹੋ, ਜਾਂ ਜਿਹੜੀ ਕੰਡੀਸ਼ਨਸ ਲਾਉਂਦੀ ਹੈ ਕੋਰਟ ਉਹਨਾਂ ਤੋਂ ਬੈਕਆਊਟ ਕਰਦੇ ਹੋ, ਤੇ ਤੁਸੀਂ ਪ੍ਰੋਸੀਕਿਊਸ਼ਨ ਵਿਟਨੈਸ ਤੋਂ ਦੁਬਾਰਾ ਅਕਿਊਜ਼ਡ ਬਣ ਜਾਂਦੇ ਹੋ। ਸੋ ਇਸ ਕਰਕੇ ਦਿੱਕਤ ਤਾਂ ਉਹਨਾਂ ਲਈ ਹੋਊਗੀ ਜੇ ਉਹ ਮੁੱਕਰਦੇ ਆ। ਦੂਜੀ ਗੱਲ, ਜਿਸ ਤਰ੍ਹਾਂ ਉਹਨਾਂ ਨੇ ਡਿਟੇਲਸ ਦਿੱਤੀਆਂ, ਫੁੱਲ ਡਿਸਕਲੋਜ਼ਰ ਦੀ ਕੰਡੀਸ਼ਨ ਕੀਤੀ ਹੈ, ਜਿਸ ਤਰ੍ਹਾਂ ਡੰਡਾ ਉਹਦੇ ਪਿੱਛੇ ਦੇਣ ਵਾਲੀ ਮੁਲਤਾਨੀ ਦੀ ਗੱਲ ਹੈ, ਜਾਂ ਬਾਕੀ ਟੌਰਚਰ ਦੀਆਂ ਡਿਟੇਲਸ ਹੈ, ਜਾਂ 11 ਨੂੰ ਚੁੱਕਣ ਦੀ ਗੱਲ ਹੈ ਤੇ 13 ਨੂੰ FIR ਦਰਜ ਕਰਨ ਦੀ ਗੱਲ ਹੈ, ਉਹ ਚੀਜ਼ਾਂ ਡਿਟੇਲਸ ਜਿਹੜੀਆਂ ਤੁਸੀਂ ਤੇ ਦੇਖੋ, ਤੇ ਐਵੀਡੈਂਟਲੀ ਉਹ ਬੰਦਿਆਂ ਦਾ ਜ਼ਮੀਰ ਕਿਤੇ ਜਾਗ ਗਿਆ ਹੈ, ਜਿਹਦੇ ਕਰਕੇ ਉਹਨਾਂ ਨੇ ਆਹ ਡਿਟੇਲਸ ਦਿੱਤੀਆਂ ਹੈ। ਸੋ ਮੇਰਾ ਨਹੀਂ ਖਿਆਲ ਉਹ ਕਿਤੇ ਵੀ ਬੈਕਆਊਟ ਕਰਨਗੇ। ਇਸ ਤਾਂ ਲੱਗਦਾ ਕਿ ਕੋਈ ਇਹਦੇ 'ਚ ਇੱਕ ਹੋਰ ਪੱਖ ਸਾਹਮਣੇ ਆਇਆ ਕਿ ਜੀ ਮੇਰੀ ਗੱਲ ਹੋ ਚੁੱਕੀ ਹੈ ਜੀ ਗੁਰਦਾਸਪੁਰ ਦੇ, ਸ਼ਾਇਦ ਜਿਹੜਾ ਕਾਦੀਆਂ ਪਤਾ ਨਹੀਂ ਪੁਲਿਸ ਜ਼ਿਲ੍ਹਾ ਬਟਾਲਾ ਦਾ ਪਾਰਟ ਜਾਂ ਗੁਰਦਾਸਪੁਰ ਪੁਲਿਸ ਦਾ ਪਾਰਟ ਹੈ, ਉਸ ਸਮੇਂ ਜਿਹੜਾ ਉੱਥੋਂ ਦਾ SSP ਹੋਊਗਾ ਜਾਂ ਬਟਾਲੇ ਦਾ ਜਾਂ ਗੁਰਦਾਸਪੁਰ ਦਾ, ਉਹ ਵੀ ਬਰਾਬਰ ਦਾ ਦੋਸ਼ੀ ਹੈਗਾ ਜੀ। ਉਸ 'ਤੇ ਤੁਸੀਂ ਜਾਓਗੇ ਕੋਰਟ ਕੋਲ ਲੈ ਕੇ ਜਾਓਗੇ ਜੀ, ਪ੍ਰੇਅਰ ਕਰੋਗੇ ਜੀ? ਵੇਖੋ ਉੱਥੇ ਇਹ ਨਹੀਂ ਆ ਰਿਹਾ ਕਿਹੜੇ ਪੁਲਿਸ ਵਾਲਿਆਂ ਦਾ ਰੋਲ ਹੈ, ਮੈਂ ਤੁਹਾਨੂੰ ਉੱਥੇ ਦੱਸਦਾ। ਉਹਨੇ ਇਹ ਨਹੀਂ ਕਿਹਾ ਮੇਰੀ SSP ਨਾਲ ਗੱਲ ਹੋਈ ਹੈ, ਰੋਲ ਉਹਦੇ 'ਚ SSP ਦਾ ਨਹੀਂ ਆ ਰਿਹਾ। ਦੂਜੀ ਗੱਲ, ਹੁਣ ਜਿਵੇਂ ਮੁਲਤਾਨੀ ਨੂੰ ਚੁੱਕਣ ਦੇ ਲਈ 11 ਦਸੰਬਰ 1991 6-7 ਜਿਪਸੀਜ਼ ਗਈਆਂ। ਹੁਣ ਛੋਟੀ ਜਿਹੀ ਐਗਜ਼ਾਮਪਲ ਲਓ, 6 ਜਿਪਸੀਜ਼ ਨੇ ਕਿ 7। ਜਨਰਲੀ ਇੱਕ ਜਿਪਸੀ ਦੇ ਵਿੱਚ ਇੱਕ ਡਰਾਈਵਰ ਹੁੰਦਾ, ਇੱਕ ਬੰਦਾ ਅੱਗੇ ਬੈਠਦਾ, 3 ਜਾਣੇ ਪਿੱਛੇ, ਮੈਂ ਐਵਰੇਜ ਲੈ ਰਿਹਾ। ਹੁਣ ਉਸ ਵੇਲੇ ਪਿੱਛੇ 4 ਬੈਠਦੇ ਸੀ ਕਿ 3 ਪਤਾ ਨਹੀਂ, ਮੈਂ 3 ਐਵਰੇਜ ਲੈ ਰਿਹਾ। ਸੋ 5 ਜਾਣੇ ਇੱਕ ਜਿਪਸੀ 'ਚ। ਸੋ 30 ਤੋਂ 35 ਪੁਲਿਸ ਵਾਲੇ ਗਏ ਆ, ਮੁਲਤਾਨੀ ਨੂੰ ਚੁੱਕਿਆ। ਹੁਣ ਕੋਈ ਵੀ ਇਨਸਾਨ 29 ਜਾਂ 30 ਸਾਲਾਂ ਬਾਅਦ ਦੱਸ ਨਹੀਂ ਸਕਦਾ ਕਿਹੜੇ 30 ਜਾਂ 35 ਜਣੇ ਗਏ ਸੀ। ਨੰਬਰ ਆਫ ਜਿਪਸੀਜ਼ ਜਾਂ ਨੰਬਰ ਆਫ ਪਰਸਨਸ ਨਹੀਂ ਦੱਸਿਆ ਜਾ ਸਕਦਾ। ਮਤਲਬ ਜੇ ਕੋਈ ਉਸ ਪਾਰਟੀ ਦਾ ਹਿੱਸਾ ਵੀ ਹੋਵੇ, ਸਮਝੋ ਪੱਕੀ ਗੱਲ ਹੈ ਕਿ ਉਹਨੂੰ 35 ਜਣਿਆਂ ਦੇ ਨਾਂ ਨਹੀਂ ਯਾਦ ਹੋਣੇ, ਕਿਉਂਕਿ ਉਹਨਾਂ ਨੇ ਤਾਂ ਰੋਜ਼ ਕਿਤੇ ਨਾ ਕਿਤੇ ਰੇਡ ਕਰਨੀ ਹੈ। ਉਹਨਾਂ ਨੂੰ ਕੀ ਯਾਦ ਕਿ ਉੱਥੇ ਰੇਡ ਕਰਨ ਕੌਣ ਗਿਆ ਸੀ ਤੇ ਫਲਾਨੀ ਥਾਂ ਰੇਡ ਕਰਨ ਕੌਣ ਗਿਆ ਸੀ। ਸੋ ਉਹੋ ਜਿਹੀਆਂ ਚੀਜ਼ਾਂ ਕੁਝ ਮਿਸ ਹੁੰਦੀਆਂ ਹੈ, ਕੁਝ ਮਾਈਨਰ ਚੀਜ਼ਾਂ, ਕੁਝ ਮਾਈਨਰ ਡਿਟੇਲਸ ਮਿਸਿੰਗ ਹੁੰਦੀਆਂ ਹੈ, ਪਰ ਬਾਈ ਐਂਡ ਲਾਰਜ ਚੀਜ਼ ਹੁੰਦੀ ਹੈ ਕਿ ਜਿਹੜੇ ਮੇਨ ਦੋਸ਼ੀ ਨੇ ਉਹ ਨਹੀਂ ਬਚਣੇ ਚਾਹੀਦੇ। ਇੱਥੇ ਮੇਨ ਦੋਸ਼ੀ ਸੁਮੇਧ ਸੈਣੀ ਹੈ, ਜਿਹਨੇ ਆ ਸਾਰਾ ਕੁਝ ਕੀਤਾ, ਜਾਂ ਜਿਵੇਂ ਦੂਜੇ ਜਿਨ੍ਹਾਂ ਨੇ ਆਪ ਫੜ ਕੇ ਟੌਰਚਰ ਕੀਤਾ ਜਾਂ ਮਾਰਿਆ, ਉਹ ਮੇਨ ਅਕਿਊਜ਼ਡ ਨੇ, ਉਹਨਾਂ ਦਾ ਰੋਲ ਆਊਗਾ, ਬਾਕੀਆਂ ਦੇ ਨਹੀਂ। ਸੁਮੇਧ ਸੈਣੀ ਮੇਨ ਅਕਿਊਜ਼ਡ ਹੈ, ਇਹੋ ਜਿਹੇ ਨਹੀਂ ਬਚਣੇ ਚਾਹੀਦੇ। ਹੁਣ ਜਿਹੜੇ ਵਾਦਾ ਮਾਫ ਗਵਾਹ ਬਣੇ ਆ, ਇਹਨਾਂ ਨੇ ਆਪ ਟੌਰਚਰ ਨਹੀਂ ਕੀਤਾ ਕਿਸੇ ਨੇ ਵੀ, ਤਾਂ ਇਹਨਾਂ ਨੂੰ ਵਾਦਾ ਮਾਫ ਗਵਾਹ ਬਣਾਇਆ ਗਿਆ। ਲੱਗਦਾ ਕਿ ਹੁਣ ਸੁਮੇਧ ਸੈਣੀ ਦਾ ਕਾਨੂੰਨੀ ਤੌਰ 'ਤੇ ਅੰਤ ਨੇੜੇ ਆ। ਅੰਤ ਤਾਂ ਇਹਦਾ ਡੈਫੀਨੇਟਲੀ ਨੇੜੇ ਹੈ। ਜੇ ਅਜੇ ਵੀ ਕੋਈ ਵੀਕ ਐਵੀਡੈਂਸ ਹੈ, ਉਹਨੂੰ ਵੀ ਅਸੀਂ ਹੋਰ ਪੱਕਾ ਕਰਾਂਗੇ ਕਿ ਇਹ ਕਿਤੇ ਨਿਕਲੇ ਨਾ। ਫॉर द ਰੀਜ਼ਨ ਲਾਅ ਦੇ ਵਿੱਚ ਲੂਪ ਹੋਲਸ ਬਹੁਤ ਨੇ, ਪਰ
ਡੈਫੀਨਿਟਲੀ ਇੱਕ ਕ੍ਰਿਮੀਨਲ ਨੂੰ ਸਕਾਟ ਫਰੀ ਜਾਣ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਔਰ ਉਹਦੇ ਲਈ 100 ਰੈਮੇਡੀਜ਼ ਨੇ ਉਹਨੂੰ ਸਜ਼ਾ ਦਿਵਾਉਣ ਦੀ। ਅਸੀਂ ਉਹ ਸਜ਼ਾ ਇਹਨੂੰ ਦਿਵਾਵਾਂਗੇ, ਹਰ ਹਾਲਤ 'ਚ ਦਿਵਾਵਾਂਗੇ, ਜੋ ਮਰਜ਼ੀ ਹੋਵੇ, ਵੀਲ ਫਾਈਟ ਟਿਲ ਦੀ ਐਂਡ। ਸਮੀਰ ਸੈਣੀ ਤੁਸੀਂ ਚੰਗੀ ਤਰ੍ਹਾਂ ਜਾਣਦੇ, ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੇ, ਬੜਾ ਹੈਵੀ ਫੇਸ ਨੇ, ਜਿਸ ਤਰ੍ਹਾਂ ਵਾਰ-ਵਾਰ ਕਹਿ ਰਹੇ ਨੇ ਕਿ ਬਾਹਰਲਾ ਕਿਸੇ ਏਜੰਸੀ ਕੋਲ ਹੋਏ, ਆਊਟ ਆਫ ਸਟੇਟ, ਅਗਰ ਉੱਥੇ ਕਿਤੇ ਨਾ ਕਿਤੇ ਉਹਨਾਂ ਦੀ ਇਹ ਵਾਲੀ ਪ੍ਰੇਅਰ ਐਡਮਿਟ ਹੋ ਜਾਂਦੀ, ਕਿਤੇ ਲੱਗਦਾ ਤੁਹਾਡਾ ਕੇਸ ਕਮਜ਼ੋਰ ਪੈ ਜਾਊਗਾ ਜਾਂ ਜ਼ਿਆਦਾ ਠੋਸ ਹੋਏਗਾ? ਦੇਖੋ, ਪਹਿਲੀ ਗੱਲ ਤਾਂ ਜੇ ਸੁਮੇਧ ਸੈਣੀ ਦੀ ਇੰਨੀ ਚਲਦੀ ਹੁੰਦੀ ਨਾ, ਉਹ ਦਿੱਲੀ ਵਾਲਾ ਕੇਸ ਹੀ ਬੰਦ ਕਰਾ ਦਿੰਦਾ ਜੇ CBI ਸੁਮੇਧ ਸੈਣੀ ਦੇ ਹੱਥ 'ਚ ਹੁੰਦੀ। ਦੂਜੀ ਗੱਲ, ਸੁਮੇਧ ਸੈਣੀ ਦੀ ਆਦਤ ਹੈ ਚੀਜ਼ ਨੂੰ ਲੰਬੇ ਰਸਤੇ ਪਾਉਣ ਦੀ, ਪੋਸਟਪੋਨ ਕਰਨ ਦੀ, ਫਿਰ ਭਾਵੇਂ ਉਹ ਅੰਦਰ ਜਾ ਕੇ ਕਿਸੇ ਦੇ ਪੈਰੀ ਪੈ ਜਾਏ, ਬਾਹਰ ਉਹ ਆਹੀ ਸ਼ੋਅ ਕਰੂਗਾ, ਦੇਖਿਆ ਮੈਂ ਡਰਾ ਲਿਆ। ਸੋ ਸੁਮੇਧ ਸੈਣੀ ਨੇ ਇਹਨੂੰ ਲੰਬੇ ਖਾਤੇ ਪਾਉਣ ਲਈ ਟ੍ਰਾਂਸਫਰ ਮੰਗੀ, ਆਪਣੀ ਫੇਅਰਨੈਸ ਸ਼ੋਅ ਕਰਨ ਦੀ ਕੋਸ਼ਿਸ਼ ਦੇ ਵਿੱਚ। ਜੇ CBI ਨੂੰ ਉਹ ਫੇਅਰ ਕਹਿੰਦਾ ਹੈ, ਤੇ ਮੈਂ ਤਾਂ ਅੱਜ ਵੀ ਕਹਿੰਦਾ ਕੋਰਟ ਦੇ ਵਿੱਚ ਉਹ ਇਸ ਚੀਜ਼ ਦਾ ਜਵਾਬ ਦੇ ਦੇਵੇ। ਆਈ ਐਮ ਵਿਲਿੰਗ ਟੂ ਐਕਸੈਪਟ ਇਟ, ਕਿਉਂਕਿ ਉਹਦਾ ਮਤਲਬ ਹੈ ਦਿੱਲੀ ਵਾਲੇ ਕੇਸ 'ਚ ਉਹਦੀ ਕਨਵਿਕਸ਼ਨ ਹੈ, ਜਿੱਥੇ CBI ਉਹਨੂੰ ਪ੍ਰੋਸੀਕਿਊਟ ਕਰ ਰਹੀ ਹੈ। ਤੁਸੀਂ ਆਪ ਵੇਖੋ, ਇੱਕ ਪਾਸੇ ਉਹ ਕਹਿੰਦਾ ਜੀ CBI ਨੇ ਝੂਠਾ ਪਰਚਾ ਦਿੱਤਾ ਹੈ ਮੇਰੇ ਤੇ, ਦੂਜੇ ਪਾਸੇ ਉਹ ਕਹਿੰਦਾ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਿੱਤਾ ਹੈ, CBI ਨੂੰ ਦੇ ਲਓ। ਬੰਦਾ ਸਟੈਂਡ ਤਾਂ ਇੱਕ ਰੱਖੇ। ਦੂਜੀ ਗੱਲ, ਆਹੀ ਪਰਚਾ ਪਹਿਲਾਂ CBI ਨੇ ਕੀਤਾ ਸੀ, ਫਿਰ ਇਹਦੀ ਕੁਐਸਚਨ 'ਚ ਕਿਉਂ ਗਿਆ? CBI ਦਾ ਜੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ 'ਚ ਐਫੀਡੇਵਿਟ ਫਾਈਲਡ ਦੇਖੋ, ਉਹਨਾਂ ਨੇ ਕਿਹਾ ਜੀ ਅਸੀਂ 70 ਵਿਟਨੈਸ ਐਗਜ਼ਾਮਿਨ ਕੀਤੇ, ਔਰ 70 ਵਿਟਨੈਸ ਐਗਜ਼ਾਮਿਨ ਕਰਨ ਤੋਂ ਬਾਅਦ, ਐਵੀਡੈਂਸ ਇਕੱਠੀ ਕਰਨ ਤੋਂ ਬਾਅਦ, ਅਸੀਂ 9 ਮਹੀਨੇ ਦੀ ਤਫਤੀਸ਼ ਤੋਂ ਬਾਅਦ ਇਹ ਪਰਚਾ ਦਰਜ ਕੀਤਾ। ਸੋ CBI ਨੇ ਵੀ ਤਾਂ ਸੁਮੇਧ ਸੈਣੀ ਦੇ ਅਗੇਂਸਟ ਹੀ ਕੀਤਾ ਸੀ, ਉਹਨਾਂ ਨੇ ਕਿਹੜਾ ਇਹਨੂੰ ਕੋਈ ਪ੍ਰੋਸੀਕਿਊਸ਼ਨ ਵਿਟਨੈਸ ਸਾਈਟ ਕੀਤਾ? ਪਤਾ ਨਹੀਂ, ਜਦੋਂ CBI ਨੇ ਕੇਸ ਰਜਿਸਟਰ ਕੀਤਾ, ਬਹੁਤ ਜ਼ਿਆਦਾ ਲੋਕਾਂ, 20 ਤੋਂ ਜ਼ਿਆਦਾ ਲੋਕ ਸੀ ਮੇਰੇ ਖਿਆਲ ਨਾਲ, ਕਿ ਲੋਕਾਂ ਨੇ ਗਵਾਹੀ ਦਿੱਤੀ ਸੀ। ਹੁਣ ਇੱਕੋ ਹੀ ਆਈ ਹੈ ਗਵਾਹੀ, ਜਿਹੜਾ ਐਡਵੋਕੇਟ ਹੈ, ਮਤਲਬ ਹੋਰ ਲੋਕ ਵੀ ਆ ਰਹੇ ਨੇ ਗਵਾਹ, ਕਿ ਨਫ ਹੋਣਾ। ਉਦੋਂ 70 ਵਿਟਨੈਸਿਸ ਉਹਨਾਂ ਨੇ ਆਪਣੇ ਐਫੀਡੇਵਿਟਸ ਮੈਂਸ਼ਨ ਕੀਤਾ CBI ਨੇ, ਤੇ ਹੁਣ ਵੀ ਬਹੁਤ ਲੋਕ ਆਏ ਐਡਵੋਕੇਟ ਤੋਂ ਇਲਾਵਾ। ਭੁੱਲਰ ਫੈਮਿਲੀ ਦੇ ਵੀ ਕੁਝ ਆਏ ਹੈ ਮੈਂਬਰਸ, ਭੁੱਲਰ ਦੀ ਮਾਸੀ ਦੀ ਡਾਟਰ, ਉਹਨਾਂ ਨੇ ਤੇ ਉਹਨਾਂ ਦੇ ਬ੍ਰਦਰ ਨੇ ਵੀ ਗਵਾਹੀ ਦਿੱਤੀ ਹੈ। ਕਾफ़ी ਵਿਟਨੈਸਿਸ ਆਏ ਹੈ, ਮੇਰੇ ਕੋਲ ਐਗਜ਼ੈਕਟ ਡਿਟੇਲਸ ਨਹੀਂ ਹੈ, ਪਰ ਕਾफ़ੀ ਜ਼ਿਆਦਾ ਨੰਬਰ ਆਇਆ ਹੈ ਵਿਟਨੈਸਿਸ ਦਾ। ਉਸ ਤੋਂ ਇਲਾਵਾ ਕਈਆਂ ਦੀਆਂ 164 ਦੀਆਂ ਸਟੇਟਮੈਂਟਸ ਹੋਈਆਂ, ਔਰ ਹੁਣ ਜਿਹੜੇ ਮਿਸਿੰਗ ਚੇਨ ਜਾਂ ਲਿੰਕ ਸੀ ਉਹ ਪ੍ਰੂਵ ਕੀਤਾ ਹੈ। ਹੁਣ ਆ ਜਿਹੜੇ 2 ਵਾਅਦਾ ਮਾਫ ਗਵਾਹ ਬਣੇ ਇਹਨਾਂ ਨੇ। ਪੁਲਿਸ ਐਕਟ ਕਹਿੰਦਾ ਹੈਗਾ ਕਿ ਅਗਰ ਬੰਦਾ ਦੋਸ਼ੀ ਜਾਂ ਕੇਸ ਚੱਲ ਰਿਹਾ ਹੈਗੇ ਨੇ, ਤੇ ਉੱਤੇ ਉਹਨੂੰ ਕਿਸੇ ਜ਼ਿੰਮੇਵਾਰੀ ਤੇ ਨਹੀਂ ਲਾਇਆ ਜਾਂਦਾ, ਪਰ ਇਹਨਾਂ ਲੋਕਾਂ ਨੂੰ ਲਾਇਆ ਗਿਆ ਸੀ। ਇੱਦਾਂ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਹੈਗੇ ਨੇ। ਤੁਹਾਨੂੰ ਲੱਗਦਾ ਕਿ ਉੱਥੇ ਵੀ ਸਰਕਾਰਾਂ ਅਜਿਹੇ ਲੋਕਾਂ ਦੇ ਪ੍ਰੈਸ਼ਰ 'ਚ ਆ ਜਾਂਦੀਆਂ ਹੈਗੀਆਂ ਕਿ ਸਾਨੂੰ ਕੁਰਸੀ ਦਿਓ, ਬਹੁਤ ਜ਼ਰੂਰੀ, ਅਸੀਂ ਤੁਹਾਡੀ ਮਦਦ ਕੀਤੀ ਹੈ ਹਨੇਰੇ ਸਵੇਰੇ? ਦੇਖੋ, ਹਨੇਰੇ ਸਵੇਰੇ ਮਦਦ ਨਹੀਂ ਕੀਤੀ ਹੁੰਦੀ, ਇਹਨਾਂ ਨੂੰ ਇਹ ਪਲਾਈਬਲ ਜ਼ਿਆਦਾ ਨੇ। ਜਿਹੜਾ ਬੰਦਾ ਹੁਣ ਸੁਮੇਧ ਸੈਣੀ ਨੂੰ ਅੱਜ ਤੁਸੀਂ ਕਹੋ ਕਿ ਮੈਂ ਤੈਨੂੰ ਕੁਰਸੀ 'ਤੇ ਬਿਠਾ ਦਿੰਦਾ, ਤੂੰ ਬੰਦੇ ਮਾਰਿਆ, ਤੂੰ ਆਹ ਵੀ ਕੰਮ ਮੇਰੇ ਲਈ ਕਰ ਦੇ, ਤਾਂ ਸੁਮੇਧ ਸੈਣੀ ਆਪਣੇ ਆਪ ਨੂੰ ਬਚਾਉਣ ਲਈ ਕੁਝ ਵੀ ਕਰੂਗਾ। ਉਹਨੇ ਆਹੀ ਕੀਤਾ, ਹੋਰ ਉਹਨੇ ਕੀਤਾ ਕੀ ਹੈ? ਸੁਮੇਧ ਸੈਣੀ ਦੀ ਤਫਤੀਸ਼ ਇਹ ਸਾਰੇ ਜਾਣਦੇ ਆ ਔਨ ਰਿਕਾਰਡ। ਮੈਂ ਔਨ ਰਿਕਾਰਡ ਕਹਿਣਾ ਇਹ ਗੱਲ ਕਿ ਝੂਠੇ ਪਰਚੇ ਰਜਿਸਟਰ ਕਰਨ ਤੋਂ ਇਲਾਵਾ ਉਹਨੇ ਹੋਰ ਕੀਤਾ ਕੀ ਹੈ ਜ਼ਿੰਦਗੀ 'ਚ? ਤੁਸੀਂ ਦੱਸੋ, ਉਹਨੇ ਕਿਹੜੀ ਫੇਅਰ ਤਫਤੀਸ਼ ਕੀਤੀ ਹੈ ਜਿਹਦੇ ਕਰਕੇ ਅਸੀਂ ਇਹ ਕਹੀਏ ਸੁਮੇਧ ਸੈਣੀ ਇੱਕ ਵਧੀਆ ਅਫਸਰ ਸੀ? ਸਾਰੇ ਪਰਚੇ ਉਹਦੇ ਝੂਠੇ। ਉਸ ਤੋਂ ਇਲਾਵਾ ਤੁਸੀਂ ਵੇਖੋ, ਜੇ ਸੁਮੇਧ ਸੈਣੀ ਨੇ ਕਿਸੇ 'ਤੇ ਝੂਠਾ ਪਰਚਾ ਦੇਤਾ, ਔਰ ਅੱਜ ਸੁਮੇਧ ਸੈਣੀ ਹੁਣ ਮੁਲਤਾਨੀ ਕੇਸ 'ਚ ਫਸਿਆ ਹੈ, ਸੁਮੇਧ ਸੈਣੀ ਨੂੰ ਇਸ ਕੇਸ 'ਚੋਂ ਨਿਕਲਣ ਦੇ ਲਈ ਜੇ ਪੋਲੀਟੀਕਲ ਹੈਲਪ ਚਾਹੀਦੀ ਹੈ, ਉਹ ਜਿਹਦੀ ਹੈਲਪ ਲਊਗਾ ਉਹਦੇ ਲਈ ਉਹ ਕਿਸੇ ਵੀ ਹੱਦ ਤੱਕ ਜਾਊਗਾ ਗਲਤ ਕੰਮ ਕਰਨ ਲਈ, ਔਰ ਇਹੀ ਸੁਮੇਧ ਸੈਣੀ ਨੇ ਕੀਤਾ। ਜਿਹੜੇ ਬੰਦੇ ਨੇ ਵਰਦੀ ਪਾ ਕੇ ਪ੍ਰਾਈਮ ਪੋਸਟਿੰਗ ਲੈ ਕੇ ਪਰਚੇ ਝੂਠੇ ਦਰਜ ਕੀਤੇ, ਤੇ ਇਹ ਸੋਚੋ ਬੰਦਾ ਜਿਹਨੇ ਬਿਠਾਇਆ ਹੋਣਾ ਉਹਨੂੰ ਉਸ ਕੁਰਸੀ 'ਤੇ, ਉਹਦੇ ਨਾਲ ਕੀ ਪ੍ਰੋਮਿਸ ਕਰਦਾ ਹੋਊਗਾ। ਬਹੁਤ ਮਿਹਰਬਾਨੀ ਜੀ। ਸਰ, ਪ੍ਰਦੀਪ ਵਿਰਕ ਜਿਹੜੇ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ, ਜਿੱਥੋਂ ਤੱਕ ਸਮੇਧ ਸੈਣੀ ਦਾ ਮਸਲਾ, ਦੇਖੋ ਪੰਜਾਬ ਦੇ ਉਹਨਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਜ਼ਾਲਮ ਅਧਿਕਾਰੀ ਹੈ, ਕਿਉਂਕਿ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਬਹੁਤ ਵੱਡੀ ਹੋਈ ਸੀ, ਔਰ ਬਹੁਤ ਸਾਰੇ ਲੋਕਾਂ ਦੇ ਘਰ ਉਜਾੜ ਦਿੱਤੇ ਗਏ ਨੇ। ਹੁਣ ਉਹਨਾਂ ਦੇ ਖਿਲਾਫ 302 ਦਰਜ ਹੋ ਚੁੱਕੀ ਆ, ਤੇ ਜਿਹੜੇ ਪੀੜਤ ਪਰਿਵਾਰ ਉਹ ਤੇ ਇਨਸਾਫ ਚਾਹੁੰਦੇ ਨੇ ਕਿ ਕਸੂਰਵਾਰ ਲੋਕ ਜਿਹੜਾ ਮਰਜ਼ੀ ਕੁਰਸੀ ਤੇ ਬੈਠਾ ਹੋਵੇ, ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਕੈਮਰਾਮੈਨ ਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।